ਅਸੀਂ ਚੇਤਨਾ ਚੈਨਲ ਦੇ ਦਰਸ਼ਕਾਂ ਦੇ ਨਾਲ ਵੱਖ-ਵੱਖ ਸਮੇਂ 'ਤੇ ਇਹ ਸਮਾਜਿਕ, ਰਾਜਨੀਤਿਕ, ਧਾਰਮਿਕ ਸ਼ਖਸੀਅਤਾਂ ਦੇ ਨਾਲ ਮੁਲਾਕਾਤ ਕਰਾਉਂਦੇ ਰਹਿੰਦੇ ਹਾਂ। ਉਹਨਾਂ ਨੇ ਆਪਣੇ ਜੀਵਨ ਵਿੱਚ ਕੀ ਅਚੀਵਮੈਂਟ ਕੀਤੀ ਆ, ਇਸ ਸੰਬੰਧ ਵਿੱਚ ਹੀ ਅੱਜ ਅਸੀਂ ਜ਼ਿਲ੍ਹਾ ਜਲੰਧਰ ਦੇ ਪਿੰਡ ਰਹੀਮਪੁਰ ਵਿਖੇ ਪਹੁੰਚੇ ਹਾਂ, ਜਿੱਥੇ ਅਸੀਂ ਭਗਵਾਨ ਵਾਲਮੀਕ ਆਸ਼ਰਮ ਡੇਰਾ ਬਾਬਾ ਲਾਲ ਨਾਥ ਜੀ ਦੇ ਗੱਦੀ ਨਸ਼ੀਨ ਸੰਤ ਬਾਬਾ ਪ੍ਰਗਟ ਨਾਥ ਜੀ ਨਾਲ ਮੁਲਾਕਾਤ ਕਰਾਵਾਂਗੇ। ਬਾਬਾ ਜੀ ਨੇ ਬਹੁਤ ਵਧੀਆ ਡੇਰਾ ਬਣਾਇਆ ਹੋਇਆ ਇੱਥੇ ਰਹੀਮਪੁਰ ਵਿਖੇ, ਅਤੇ ਕਾਫੀ ਗਿਣਤੀ ਵਿੱਚ ਇੱਥੇ ਸੰਗਤ ਆਉਂਦੀ ਆ, ਨਤਮਸਤਕ ਹੁੰਦੀ ਆ। ਬਾਬਾ ਜੀ, ਚੇਤਨਾ ਚੈਨਲ ਤੁਹਾਡਾ ਸਵਾਗਤ ਹੈ। ਜੈ ਗੁਰਦੇਵ ਜੀ। ਧੰਨ ਗੁਰਦੇਵ ਜੀ। ਬਾਬਾ ਜੀ, ਤੁਸੀਂ ਇਸ ਡੇਰੇ ਬਾਰੇ ਜਿਹੜੇ ਆ ਸੰਗਤ ਨੂੰ ਜਾਣਕਾਰੀ ਦਿਓ। ਜੋ ਬੋਲੇ ਸੋ ਨਿਰਭੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ। ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਡੇਰਾ 1983 ਦੇ ਵਿੱਚ ਸਤਿਗੁਰੂ ਬਾਬਾ ਲਾਲ ਨਾਥ ਜੀ ਮਹਾਰਾਜ ਦੀ ਕਰਮ ਭੂਮੀ ਰਿਹਾ। ਉਹਨਾਂ ਦੀ ਇੱਥੇ ਚੇਤਨਾ ਸਦਕਾ, ਉਹਨਾਂ ਦੇ ਸਿਮਰਨ ਸਦਕਾ ਇੱਥੇ ਡੇਰਾ ਵਸਿਆ ਹੈ। ਉਹ ਸ੍ਰੀ ਸਤਿਗੁਰੂ ਗਿਆਨ ਨਾਥ ਜੀ ਮਹਾਰਾਜ ਦੇ ਚੇਲੇ ਸਨ, ਅਤੇ ਉਹਨਾਂ ਨੇ ਲਗਭਗ 20 ਸਾਲ ਪਵਿੱਤਰ ਸਥਾਨ ਸ੍ਰੀ ਵਾਲਮੀਕੀ ਤੀਰਥ 'ਤੇ ਧੰਨ ਧੰਨ ਸਤਿਗੁਰੂ ਗਿਆਨ ਨਾਥ ਜੀ ਮਹਾਰਾਜ ਦੀ ਸੇਵਾ ਕੀਤੀ, ਅਤੇ ਫਿਰ 10 ਸਾਲ ਉਹ ਮਤਾਬਗੜ੍ਹ ਰਹੇ। ਅਤੇ ਉਸ ਤੋਂ ਬਾਅਦ ਆਲ ਓਵਰ ਪੂਰੀ ਇੰਡੀਆ ਦੇ ਵਿੱਚ, ਬੰਬਈ ਵਿੱਚ, ਦਿੱਲੀ ਵਿੱਚ, ਰਾਜਸਥਾਨ ਦੇ ਵਿੱਚ ਉਹਨਾਂ ਨੇ ਆਪਣੇ ਗੁਰਦੇਵ ਦੇ ਹੁਕਮ ਨੂੰ ਮੰਨਦਿਆਂ ਹੋਇਆਂ ਅਤੇ ਉਹਨਾਂ ਦੀ ਕਿਰਪਾ ਨਾਲ ਪ੍ਰਭੂ ਵਾਲਮੀਕ ਮਹਾਰਾਜ ਦਾ, ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਚਾਰ ਕੀਤਾ। ਅਤੇ ਇੱਥੋਂ 1983 ਦੇ ਵਿੱਚ ਆਏ, ਅਤੇ ਉਹਨਾਂ ਨੇ ਇਸ ਸਥਾਨ ਦੇ ਉੱਤੇ ਆ ਕੇ, ਇੱਥੇ ਬਹੁਤ ਜੰਗਲ ਸੀ ਦਾ, ਇੱਥੇ ਤਕਰੀਬਨ ਲੋਕ ਲੁੱਟ ਹੋ ਜਾਂਦੇ ਸੀ। ਅਤੇ ਹੈਗਾ ਇੱਥੇ ਇੱਕ ਐਕਸੀਡੈਂਟ ਹੋਇਆ, ਔਰ ਇੱਥੇ ਇੱਕ ਮਾਤਾ ਜੀ ਰੋਂਦੇ ਸਨ। ਬਾਬਾ ਜੀ ਰਕਸ਼ੇ 'ਤੇ ਬੈਠ ਕੇ ਪਿੰਡ ਨੂੰ ਜਾ ਰਹੇ ਸਨ, ਅਤੇ ਮਾਤਾ ਜੀ ਕਾਫੀ ਜ਼ਿਆਦਾ ਰੋ ਰਹੇ ਸਨ। ਅਤੇ ਬਾਬਾ ਜੀ ਰਕਸ਼ੇ ਤੋਂ ਉਤਰੇ, ਅਤੇ ਉਹਨਾਂ ਨੇ ਪੁੱਛਿਆ ਹੈਗਾ ਕਿ ਦੇਵੀ ਕੀ ਪ੍ਰੋਬਲਮ ਹੈ, ਕਿਉਂ ਤੁਸੀਂ ਰੋ ਰਹੇ ਹੋ? ਅਤੇ ਉਹ ਕਹਿੰਦੇ ਕਿ ਮੇਰੇ ਆਦਮੀ ਦਾ ਕੱਲ੍ਹ ਇੱਥੇ ਐਕਸੀਡੈਂਟ ਹੋਇਆ, ਉਹਦੀ ਮੌਤ ਹੋ ਗਈ ਹੈ। ਪਹਿਲਾਂ ਵੀ ਇੱਥੇ ਕਾਫੀ ਮੌਤਾਂ ਹੋਈਆਂ ਹੈਗੀਆਂ, ਅਤੇ ਬਾਬਾ ਜੀ ਪਤਾ ਨਹੀਂ ਇੱਥੇ ਕੋਈ ਚੀਜ਼ ਦਾ ਕੋਈ ਵਾਸ ਹੈਗਾ ਕਿ ਇੱਥੇ ਬਹੁਤ ਸਾਰੀਆਂ ਐਕਸੀਡੈਂਟ ਦੇ ਮੌਤਾਂ ਹੁੰਦੀਆਂ। ਅਤੇ ਬਸ ਇੰਨਾ ਕੁਛ ਉਹਨਾਂ ਨੇ ਸੁਣਿਆ ਹੈਗਾ, ਅਤੇ ਉਹ ਉਹਨਾਂ ਦਾ ਮਨ ਕੀਤਾ ਕਿ ਇਸ ਸਥਾਨ 'ਤੇ ਬੈਠ ਕੇ ਕੁਝ ਸਮਾਂ ਸਾਨੂੰ ਸਿਮਰਨ ਕਰਨਾ ਚਾਹੀਦਾ ਹੈ। ਜਦੋਂ ਸਿਮਰਨ ਕਰਦੇ ਸਨ ਇੱਥੇ, ਅਤੇ 21 ਦਿਨ ਇੱਥੇ ਰਹੇ ਲਗਾਤਾਰ। 21 ਦਿਨ ਦੇ ਚੂੜ ਪਿੰਡ ਦੀ ਪੰਚਾਇਤ ਜਿਹੜੀ ਹੈ, ਉਹ ਵੀ ਇੱਥੇ ਉਦੋਂ ਭੰਡਾਰਾ ਹੋਇਆ, ਪਿੰਡ ਦੇ ਲੋਕ ਸਾਰੇ ਇਕੱਠੇ ਹੋਏ, ਅਤੇ ਪੰਚਾਇਤ ਨੇ ਕਿਹਾ ਕਿ ਬਾਬਾ ਜੀ ਜਿੰਨੀ ਤੁਹਾਨੂੰ ਥਾਂ ਚਾਹੀਦੀ ਹੈ ਅਤੇ ਉਹ ਤੁਹਾਨੂੰ ਅਸੀਂ ਦੇਵਾਂਗੇ, ਤੁਸੀਂ ਇੱਥੇ ਬਹਿ ਕੇ ਭਜਨ ਕਰੋ, ਸਿਮਰਨ ਕਰੋ, ਇੱਥੇ ਰਹੋ, ਤੁਸੀਂ ਸਾਡੇ ਕੋਲ ਹੈਗਾ। ਅਤੇ ਮਹਾਰਾਜ ਉਹਨਾਂ ਦਾ ਬਚਨ ਮੰਨ ਕੇ ਇੱਥੇ ਉਹ ਸੇਵਾ ਕਰਦੇ ਰਹੇ। ਗੁਰੂਦੇਵ ਇੱਥੇ ਰਹਿ ਲੰਮਾ ਟਾਈਮ, ਅਤੇ ਉਹਨਾਂ ਦੀ ਕਰਮ ਭੂਮੀ ਇੱਥੇ ਉਹਨਾਂ ਨੇ ਜੋ ਕੁਛ ਉਹਨਾਂ ਨੇ ਬਣਾਇਆ ਹੋਇਆ। ਅਤੇ 1997 ਦੇ ਵਿੱਚ ਸਤਿਗੁਰੂ ਬਾਬਾ ਲਾਲ ਨਾਥ ਜੀ ਮਹਾਰਾਜ ਚੋਲਾ ਛੱਡ ਗਏ, ਅਤੇ ਉਸ ਤੋਂ ਬਾਅਦ 1997 ਤੋਂ ਬਾਅਦ ਸਾਰੇ ਸੰਤਾਂ ਮਹਾਂਪੁਰਸ਼ਾਂ ਦੀ ਹਾਜ਼ਰੀ ਵਿੱਚ, ਸੰਗਤ ਦੀ ਹਾਜ਼ਰੀ ਵਿੱਚ ਵਿਸਾਖੀ ਵਾਲੇ ਦਿਨ 14 ਤਰੀਕ ਨੂੰ ਸਾਨੂੰ ਇੱਥੇ ਸ਼ਬਦ ਕੀਤਾ ਗਿਆ। ਅਸੀਂ ਵੀ ਉਹਨਾਂ ਦੀ ਸੇਵਾ ਕਰ ਰਹੇ ਹਾਂ। ਇਸ ਕਰਕੇ ਆਪਾਂ ਉਸ ਟਾਈਮ ਪ੍ਰਭੂ ਵਾਲਮੀਕ ਜੀ ਮਹਾਰਾਜ ਜੀ ਦਾ 2001 ਦੇ ਵਿੱਚ ਪਵਿੱਤਰ ਸ੍ਰੀ ਯੋਗ ਵਸਿਸ਼ਟ ਛਪਵਾਇਆ, ਔਰ ਜਿਹੜਾ ਕਿ ਇੰਗਲੈਂਡ ਦੀ ਸੰਗਤ ਦੇ ਸੰਯੋਗ ਦੇ ਨਾਲ ਛਪਵਾਇਆ, ਔਰ ਜਿਹਦੇ 'ਚ 2003 ਦੇ ਵਿੱਚ ਪੰਜਾਬ ਸਰਕਾਰ ਨੇ ਉਹਦੇ ਉੱਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਬਹਿਸ ਕਰਾਈ, ਜਿਹਦੇ ਵਿੱਚ ਸਾਰੀ ਦੁਨੀਆ ਦੇ ਜਿਹੜੇ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ, ਜਿਹੜੇ ਪ੍ਰੋਫੈਸਰ ਸਨ, ਉਹਨਾਂ ਨੂੰ ਸੱਦਿਆ ਗਿਆ, ਔਰ ਉਹ 'ਤੇ ਇੱਕ ਬਹਿਸ ਹੋਈ ਕਿ ਇਹ ਪ੍ਰਭੂ ਵਾਲਮੀਕ ਜੀ ਮਹਾਰਾਜ ਦਾ ਲਿਖਿਆ ਗਿਆ ਕਿ ਜਾਂ ਇਹ ਸ੍ਰੀ ਵਸਿਸ਼ਠ ਦਾ ਲਿਖਿਆ ਗਿਆ। ਸਾਰੇ ਮਹਾਂਪੁਰਸ਼ਾਂ ਦੇ ਅਤੇ ਜਿਹੜੇ ਉੱਥੇ ਸਕਾਲਰ ਆਏ ਸਨ, ਔਰ ਕਮ ਸੇ ਕਮ ਪੂਰੀ ਦੁਨੀਆ ਦੇ, ਜਿੱਦਾਂ ਇੰਗਲੈਂਡ ਤੋਂ, ਅਮਰੀਕਾ ਤੋਂ ਕਾਫੀ ਸੰਗਤ ਆਈ ਸੀ ਦੀ, ਜਿਹੜੇ ਕਿ ਗੁਰੂ ਮਹਾਰਾਜ ਜੀ ਨੂੰ ਮੰਨਣ ਵਾਲੇ। ਅਤੇ ਉਹਦੇ ਵਿੱਚ ਸਿੱਧ ਕੀਤਾ ਗਿਆ ਕਿ ਯੋਗ ਵਸਿਸ਼ਠ ਜਿਹੜਾ ਹੈ ਉਹ ਪ੍ਰਭੂ ਵਾਲਮੀਕ ਜੀ ਮਹਾਰਾਜ ਨੇ ਲਿਖਿਆ। ਵਸਿਸ਼ਠ ਨੇ ਸਿਰ ਰਾਮ ਨੂੰ ਸੁਣਾਇਆ ਗਿਆ। ਉਸ ਤੋਂ ਬਾਅਦ ਜਿਹੜਾ ਪਵਿੱਤਰ ਸਥਾਨ ਸ੍ਰੀ ਵਾਲਮੀਕ ਮਹਾਰਾਜ ਦਾ ਪਵਿੱਤਰ ਸਥਾਨ ਹੈ, ਉਹਦੀ ਕਾਰ ਸੇਵਾ ਦੀ ਗੱਲ ਚੱਲੀ। 2003 ਦੇ ਵਿੱਚ ਉਸ ਟਾਈਮ ਵੀ ਕੈਪਟਨ ਦੀ ਸਰਕਾਰ ਸੀ, ਉਦੋਂ ਵੀ ਇਹ ਜਿਹੜੀ ਪ੍ਰਭੂ ਵਾਲਮੀਕ ਮਹਾਰਾਜ ਤੀਰਥ ਦੀ ਵਿਸੁੰਦਰੀਕਰਨ ਦਾ ਵਿਚਾਰ ਚੱਲਿਆ, ਪਰ ਉਸ ਤੋਂ ਬਾਅਦ ਪੰਡਤਾਂ ਨੇ ਸਟੇ ਲੈ ਲਿਆ, ਅਤੇ ਉਹ ਜਿਹੜਾ ਕਾਰਜ ਸੀ ਦਾ ਵਿੱਚ ਰੁਕ ਗਿਆ।
ਪਰ ਉਸੇ ਤਰ੍ਹਾਂ ਚੱਲਦਾ ਰਿਹਾ, ਗਤੀਵਿਧੀਆਂ ਚੱਲਦੀਆਂ ਰਹੀਆਂ। ਤਾਂ ਕਾਫੀ ਲੰਬੇ ਟਾਈਮ ਦੇ ਸੰਘਰਸ਼ ਤੋਂ ਬਾਅਦ ਕੇਸ ਹਾਈ ਕੋਰਟ, ਸੁਪਰੀਮ ਕੋਰਟ, ਜਿਹੜੇ ਸਾਡੇ ਸਮਾਜ ਦੇ ਬੁੱਧੀਜੀਵੀ ਬੰਦੇ ਸਨ, ਫਕੀਰ ਚੰਦ ਸੋਤਾ ਜੀ ਇੰਗਲੈਂਡ ਵਾਲੇ, ਤੇ ਹੋਰ ਸੰਗਤ ਜਿਹੜੀ ਹੈ ਲੜਦੀ ਰਹੀ। ਭਾਵ ਕਿ 2011 ਦੇ ਵਿੱਚ ਉਹ ਕੇਸ ਜਿਹੜਾ ਜਿੱਤਿਆ ਗਿਆ, ਔਰ ਉਸ ਤੋਂ ਬਾਅਦ ਪੰਜਾਬ ਸਰਕਾਰ ਦਾ ਜਿਹੜਾ ਉੱਥੇ ਝੁਕਣ ਦਾ ਇਹੀ ਕਾਰਨ ਰਿਹਾ ਕਿ ਜਿਹੜੀ ਸਰਕਾਰ ਨੇ ਸੰਗਤ ਮੋਰੇ ਔਰ ਪ੍ਰਭੂ ਵਾਲਮੀਕ ਮਹਾਰਾਜ ਦੇ ਸੇਵਕਾਂ ਮੋਰੇ ਚੁੱਕੀ, ਔਰ ਉਹਦੀ ਪਵਿੱਤਰ ਸੁੰਦਰੀਕਰਨ ਹੋਇਆ। ਭਾਵ ਅਰਥ ਇਹ ਹੈ ਕਿ ਆਪਾਂ ਸਮਾਜ ਦੇ ਵਿੱਚ ਜੋ ਵੀ ਸੇਵਾ ਕਰ ਸਕਦੇ, ਜੋ ਯੋਗਦਾਨ ਦੇ ਸਕਦੇ ਹਾਂ, ਵੱਡੇ ਪੱਧਰ ਦਿੱਤਾ ਹੈਗਾ। ਔਰ 2005 ਵਿੱਚ ਆਪਾਂ ਤੇ 6 ਵਿੱਚ ਆਪਾਂ ਕੈਨੇਡਾ ਗਏ। ਉੱਥੇ ਆਪਾਂ ਪ੍ਰਭੂ ਵਾਲਮੀਕ ਜੀ ਮਹਾਰਾਜ ਦਾ, ਗੁਰਦਾਸ ਮਹਾਰਾਜ ਜੀ ਦਾ ਉੱਥੇ ਪ੍ਰਚਾਰ ਕੀਤਾ। ਉੱਥੇ ਪਰਮਾਤਮਾ ਵਾਲਮੀਕ ਜੀ ਮਹਾਰਾਜ ਦਾ ਤਾਂ ਇਟੋਬੀਕੋ ਦੇ ਵਿੱਚ ਮੰਦਿਰ ਹੈਗਾ, ਉਹਦੇ ਵਿੱਚ ਲਗਭਗ ਅਸੀਂ 6 ਸਾਲ ਉੱਥੇ ਸੇਵਾ ਕਰਦੇ ਰਹੇ, ਔਰ ਹਰ ਸਾਲ ਜਾਂਦੇ ਰਹੇ ਉੱਥੇ ਪਰਮਾਤਮਾ ਵਾਲਮੀਕ ਮਹਾਰਾਜ ਜੀ ਦੇ ਜਿਹੜਾ ਗੁਰਦਰਬਾਰ ਹੈ। ਔਰ ਲਗਭਗ 2009 ਤੋਂ ਲਾ ਕੇ 2020 ਤੱਕ ਅਸੀਂ ਪੂਰੇ ਯੂਰਪ ਦੇ ਵਿੱਚ ਪ੍ਰਭੂ ਵਾਲਮੀਕ ਜੀ ਮਹਾਰਾਜ ਦਾ, ਫਰਾਂਸ ਵਿੱਚ, ਇਟਲੀ 'ਚ, ਜਰਮਨ 'ਚ, ਉਸ ਤੋਂ ਬਾਅਦ ਹੋਲੈਂਡ 'ਚ, ਜਿੱਥੇ ਵੀ ਜਿਹੜੇ ਪਰਮਾਤਮਾ ਦੇ ਸੇਵਾਦਾਰ ਰਹਿੰਦੇ ਸੀ, ਪੂਰੇ ਯੂਰਪ ਦੇ ਵਿੱਚ ਪ੍ਰਚਾਰ ਕੀਤਾ ਗੁਰੂ ਮਹਾਰਾਜ ਦੇ ਨਾਲ। ਜਿਹੜੀ ਸੰਗਤ ਨੇ ਜਿੱਥੇ ਜਿੱਥੇ ਬੁਲਾਇਆ, ਅਸੀਂ ਉੱਥੇ ਉੱਥੇ ਸੇਵਾ ਕਰਨ ਗਏ। ਉਸ ਤੋਂ ਬਾਅਦ ਡੇਰੇ ਦੀਆਂ ਧਾਰਮਿਕ ਗਤੀਵਿਧੀਆਂ ਕੀ ਹੈਗੀਆਂ? ਡੇਰੇ ਦੀਆਂ ਧਾਰਮਿਕ ਗਤੀਵਿਧੀਆਂ ਇੱਥੇ ਜਿਹੜਾ ਕਿ ਆਪਾਂ ਡੇਲੀ ਇੱਥੇ ਯੋਗਾ ਸ਼ੁਰੂ ਤੋਂ ਲਾ ਕੇ, ਬਚਪਨ ਤੋਂ ਲਾ ਕੇ ਆਪਾਂ ਯੋਗਾ ਕਰਦੇ ਹਾਂ, ਜੋ ਕਿ ਸਵੇਰੇ 6 ਵਜੇ ਤੋਂ ਲਾ ਕੇ 7 ਵਜੇ ਤੱਕ ਕਰਦੇ ਹਾਂ। ਉਸ ਤੋਂ ਬਾਅਦ ਇੱਥੇ ਸਾਡੇ ਇੱਕ ਵੱਡੀ ਲਾਇਬ੍ਰੇਰੀ ਹੈਗੀ ਆ, ਆਯੁਰਵੇਦ ਦੀ ਵੀ ਹੈ, ਜਿਹਦੇ ਵਿੱਚ ਸਾਡੇ ਗੁਰਦੇਵ ਵੀ ਆਯੁਰਵੇਦ ਦਾ ਕਾਰਜ ਕਰਦੇ ਸੀ, ਦੇ ਦੁੱਖ ਸੁੱਖ ਲੋਕਾਂ ਨੂੰ ਦਵਾਈਆਂ ਬਣਾ ਕੇ ਕੰਮਦੇ ਸੀ। ਅਤੇ ਸਾਡੇ ਇੱਥੇ ਇੱਕ ਚੈਰੀਟੇਬਲ ਹੌਸਪੀਟਲ ਹੈ ਭਗਵਾਨ ਵਾਲਮੀਕ ਜੀ ਮਹਾਰਾਜ ਜੀ ਦਾ, ਜਿਹਦੇ ਵਿੱਚ ਰੂਟੀਨ 'ਚ ਪਹਿਲਾਂ ਉੱਥੇ ਡਾਕਟਰ ਨਰਸਾਂ ਕੰਮ ਕਰਦੀਆਂ ਸੀਗੀਆਂ, ਹੁਣ ਹਰ ਸੰਡੇ ਖੁੱਲ੍ਹਦੀ ਹੈ ਜਿਹੜੀ ਸਾਡੀ ਹੌਸਪੀਟਲ ਹੈ ਭਗਵਾਨ ਜੀ ਦਾ। ਔਰ ਉੱਪਰ ਇੱਕ ਸਾਡੇ ਕੰਪਿਊਟਰ ਲੈਬ ਬਣਾਈ ਹੋਈ ਆ ਆਸ਼ਰਮ ਦੇ ਵਿੱਚ ਹੈਗਾ, ਔਰ ਕਮ ਸੇ ਕਮ 100 ਬੱਚਿਆਂ ਦੇ ਪੜ੍ਹਨ ਵਾਸਤੇ ਕਲਾਸਰੂਮ ਬਣਾਏ ਉੱਪਰ ਹੈਗਾ। ਉਹਦੇ 'ਚ ਤਕਰੀਬਨ ਅਸੀਂ ਅਜੇ ਉਹਨਾਂ ਨੂੰ ਸਿਰਫ ਪੜ੍ਹਾਈ ਕਰਾਉਣੇ ਹੈਗੇ ਆ, ਜਿੱਦਾਂ ਕਿ ਕੁਐਸਚਨਸ, ਜਿੱਦਾਂ ਆਪਾਂ ਟਿਊਸ਼ਨ ਸੈਂਟਰ ਕਹਿ ਸਕਦੇ ਹੈਗੇ ਆ। ਕਿਸੇ ਕੋਲ ਕੋਈ ਪੈਸਾ ਨਹੀਂ ਲੈਂਦੇ ਹੈਗੇ, ਸਾਰਿਆਂ ਲਈ ਫਰੀ ਹੈਗਾ। 2 ਟੀਚਰ ਇੱਥੇ ਰੱਖੇ ਹੈਗੇ ਅਸੀਂ ਡੇਰੇ ਵਿੱਚ ਹੈਗਾ। ਉਹ ਉਹਨਾਂ ਦੀ ਜਦੋਂ ਵੀ ਕੋਈ ਆਉਂਦਾ ਹੈਗਾ, ਇਹ ਨਹੀਂ ਹੈਗਾ ਕਿ ਜਦੋਂ ਉਹਨਾਂ ਦੇ ਟਾਈਮ ਦੇ ਮੁਤਾਬਕ ਸਵੇਰੇ 6 ਤੋਂ ਲਾ ਕੇ 5 ਵਜੇ ਤੱਕ ਜਿਹੜੇ ਵੀ ਬੱਚੇ ਪੜ੍ਹਨਾ ਚਾਹੁੰਦੇ ਉਹ ਪੜ੍ਹਾਉਂਦੇ ਹੈਗੇ। ਫਿਰ ਇੱਥੇ ਅਸੀਂ ਹਰ ਐਤਵਾਰ ਇੱਥੇ ਤਕਰੀਬਨ ਅਸੀਂ ਸਤਸੰਗ ਕਰਦੇ ਹਾਂ। ਗੁਰੂ ਮਹਾਰਾਜ ਜੀ ਦੀ ਬਾਣੀ ਦੇ ਉੱਪਰ, ਪ੍ਰਭੂ ਜੀ ਦੀ ਬਾਣੀ ਦੇ ਉੱਪਰ ਵਿਚਾਰ ਦਿੱਤੇ ਜਾਂਦੇ ਹੈਗੇ ਆ। ਉਹ ਸਵੇਰੇ 10 ਵਜੇ ਤੋਂ ਲਾ ਕੇ 2 ਵਜੇ ਤੱਕ ਹੁੰਦਾ ਪ੍ਰੋਗਰਾਮ, ਹਰੇਕ ਸੰਡੇ ਹੁੰਦਾ ਹੈ। ਉਸ ਤੋਂ ਬਾਅਦ ਇੱਥੇ ਜਿਹੜੇ ਆਸ-ਪਾਸ ਜਿਹੜੇ ਪਿੰਡਾਂ ਦੇ ਜਿਹੜੇ ਸਾਡੇ ਭਾਈਚਾਰੇ ਦੇ ਲੋਕ ਰਹਿੰਦੇ ਆ, ਉਹਨਾਂ ਪਿੰਡਾਂ ਵਿੱਚ ਅਸੀਂ ਗੁਰੂ ਵਾਲਮੀਕ ਜੀ ਮਹਾਰਾਜ ਜੀ ਦੇ ਸਤਸੰਗ ਲਈ ਵੀ ਜਾਂਦੇ ਹਾਂ। ਔਰ ਸਾਡੇ ਇੱਥੇ ਪਹਿਲਾਂ ਇੱਕ ਪੰਡਿਤ ਜੀ ਹੁੰਦੇ ਸੀ, ਦੇ ਉਹ ਜਿਹੜੇ ਬੱਚੇ ਇੱਥੇ ਆਉਂਦੇ ਸਨ ਉਹਨਾਂ ਨੂੰ ਵਾਜਾ ਤਬਲਾ ਸਿਖਾਇਆ ਕਰਦੇ ਹੁੰਦੇ ਸੀ ਹੈਗਾ। ਪਹਿਲਾਂ ਅਸੀਂ ਉਹਨੂੰ ਤਨਖਾਹ ਦਿੰਦੇ ਸੀ ਪੰਡਿਤ ਜੀ ਮਹਾਰਾਜ ਨੂੰ। ਉਸ ਤੋਂ ਬਾਅਦ ਪਤਾ ਨਹੀਂ ਉਹਨਾਂ ਦੇ ਕੀ ਮਨ ਦੇ ਵਿੱਚ ਆਇਆ ਹੈਗਾ, ਪੰਡਿਤ ਰਾਮ ਆਸਰੇ ਜੀ, ਉਹ ਪਹਿਲਾਂ ਪੰਜਾਬ ਨੈਸ਼ਨਲ ਬੈਂਕ ਦੇ ਵਿੱਚ ਕੈਸ਼ੀਅਰ ਸਨ, ਅਤੇ ਉਸ ਤੋਂ ਬਾਅਦ ਉਹ ਸਾਡੇ ਡੇਰੇ ਨਾਲ ਜੁੜ ਗਏ। ਔਰ ਉੱਥੇ ਹਰ ਹਫ਼ਤੇ ਤਕਰੀਬਨ ਉਹ ਆਉਂਦੇ ਸਨ। ਉਹਨਾਂ ਨੂੰ ਅਸੀਂ ਪੈਸੇ ਵੀ ਦਿੰਦੇ ਸੀ, ਅਤੇ ਬਾਅਦ ਵਿੱਚ ਉਹਨਾਂ ਦੇ ਮਨ ਦੇ ਵਿੱਚ ਆਇਆ ਕਿ ਆਪਾਂ ਫ੍ਰੀ ਸੇਵਾ ਕਰਨੀ। ਉਹ 7-8 ਸਾਲ ਸਾਡੇ ਇੱਥੇ ਸੇਵਾ ਕਰਦੇ ਰਹੇ। ਸਾਡੇ ਬੱਚਿਆਂ ਨੂੰ, ਸਾਰਿਆਂ ਨੂੰ, ਜਿੰਨੇ ਵੀ ਸਾਡੇ ਸਟੂਡੈਂਟ ਹੈਗੇ ਆ, ਉਹਨਾਂ ਨੇ ਵਾਜਾ ਤਬਲਾ ਦੀ ਫ੍ਰੀ ਸੇਵਾ ਕੀਤੀ ਹੈਗੀ। ਅਤੇ ਹੁਣ ਵੀ ਸਾਡੇ 2 ਮੁੰਡੇ ਹੈਗੇ ਆ, ਉਹ ਇੱਥੇ ਟ੍ਰੇਨਿੰਗ ਸੈਂਟਰਾਂ ਦੇ ਵਿੱਚ ਜਿਹੜੇ ਬੱਚੇ ਇੱਥੇ ਸਿੱਖਣ ਆਉਂਦੇ ਆ ਵਾਜਾ ਤਬਲਾ, ਉਹ ਉਹਨਾਂ ਨੂੰ ਸਿਖਾਉਂਦੇ ਹੈਗੇ ਆ। ਉਸ ਤੋਂ ਬਾਅਦ ਜਿੱਦਾਂ ਮੈਂ ਕਈ ਵਾਰੀ ਦਿੱਲੀ ਜਾਂਦੇ ਹਾਂ, ਦਿੱਲੀ ਵੀ ਸਾਡਾ ਇੱਕ ਆਸ਼ਰਮ ਹੈ, ਉਹਦੇ ਵਿੱਚ ਮੇਰਾ ਤੋਂ ਵੱਡਾ ਗੁਰਭਾਈ ਰਹਿੰਦਾ ਹੈਗਾ, ਅਤੇ ਉਹ ਉੱਥੇ ਆਯੁਰਵੇਦ ਦਾ ਹੀ ਕੰਮ ਕਰਦੇ ਆ। ਉਹ ਪਹਿਲਵਾਨ ਹੋਣ ਦਾ ਕਰਕੇ ਥੋੜ੍ਹਾ ਹੱਡੀਆਂ ਹੁੱਡੀਆਂ ਦਾ ਵੀ ਕੰਮ ਕਰਦੇ ਆ, ਪਰ ਅਸੀਂ ਉੱਥੇ ਵੀ ਜਾ ਕੇ ਕਾਫੀ ਮਤਲਬ
ਜਿੱਦਾਂ ਪਹਾੜਗੰਜ ਹੋ ਗਿਆ, ਕਰੋਲ ਬਾਗ, ਫਿਰ ਉਸ ਤੋਂ ਬਾਅਦ ਚਨਕਿਆਪੁਰੀ, ਔਰ ਕਈਆਂ ਇਲਾਕਿਆਂ ਦੇ ਵਿੱਚ ਇੱਥੇ ਕਿ ਗੁਰੂ ਮਹਾਰਾਜ ਜੀ ਦੇ ਸਾਡੇ ਗੁਰ ਭਾਈ ਵੀ ਰਹਿੰਦੇ ਆ। ਪਰ ਉਸ ਤੋਂ ਇਲਾਵਾ ਬਾਬਾ ਜੀ ਦੇ ਪ੍ਰਵਾਹ ਦਾ ਸਦਕਾ ਹੈਗਾ, ਉੱਥੇ ਵੀ ਅਸੀਂ ਆਪਣਾ ਪ੍ਰਚਾਰ ਕਰਨ ਜਾਂਦੇ ਹਾਂ, ਔਰ ਸਮੇਂ ਸਮੇਂ 'ਤੇ ਉਹਨਾਂ ਨੂੰ ਵੀ ਟਾਈਮ ਦਿੰਦੇ ਅਸੀਂ ਡੇਰੇ ਤੋਂ ਜਾ ਕੇ ਬਾਹਰ ਜਾ ਕੇ। ਅਤੇ ਜਿੱਦਾਂ ਬਾਬਾ ਨਿਰਮਲ ਦਾਸ ਜੀ ਮਹਾਰਾਜ ਸਾਰੇ ਮਹਾਂਪੁਰਸ਼ਾਂ ਨੂੰ ਮਿਲਦੇ ਰਹਿੰਦੇ ਹਾਂ, ਤਾਂ ਕਿ ਜਿਹੜਾ ਸੰਤ ਸਮਾਜ ਦਾ ਸੰਗ ਹੈਗਾ ਉਹ ਸਾਨੂੰ ਪ੍ਰਾਪਤ ਹੁੰਦਾ ਰਹੇ ਹੈਗਾ। ਜਿੱਦਾਂ ਡੇਰੇ ਨੂੰ ਇਲਾਕੇ ਦੀ ਜਿਹੜੀ ਸੰਗਤ ਆ ਉਹਦਾ ਕਿੰਨਾ ਕੁ ਸਹਿਯੋਗ ਮਿਲਦਾ? ਕਾਫੀ ਹੈ, ਆਪਾਂ ਕਹਿ ਸਕਦੇ ਹੈਗੇ ਹਾਂ ਵੀ ਦੇਖੋ ਡੇਰਾ ਤਾਂ ਸਹਿਯੋਗ ਨਾਲ ਹੀ ਚੱਲਦਾ ਹੈਗਾ, ਇੱਥੇ ਕੋਈ ਨਿੱਜੀ ਪ੍ਰੋਪਰਟੀ ਤਾਂ ਨਹੀਂ ਹੁੰਦੀ ਹੈਗੀ। ਮਹਾਂਪੁਰਸ਼ਾਂ ਨੇ ਤਾਂ ਸਾਰੀ ਜਗ੍ਹਾ ਉਪਦੇਸ਼ ਦੇਣਾ ਹੁੰਦਾ ਹੈਗਾ, ਪਰ ਕਾਫੀ ਸੰਗਤ ਜਿਹੜੀ ਹੈ ਅਦਰ ਕਾਸਟ ਵੀ ਸਾਨੂੰ ਕਾਫੀ ਸਹਿਯੋਗ ਦਿੰਦੀ ਹੈ। ਸਾਰੇ ਜਿਹੜੇ ਕਿ ਪ੍ਰਭੂ ਵਾਲਮੀਕ ਜੀ ਮਹਾਰਾਜ, ਬਾਬਾ ਲਾਲ ਨਾਥ ਜੀ ਮਹਾਰਾਜ ਨੂੰ ਪਿਆਰ ਕਰਦੇ ਆ। ਸਾਡੇ ਇੱਧਰ ਕੋਈ ਕਾਸਟਿਜ਼ਮ ਨਹੀਂ ਹੈਗਾ, ਸਾਰੇ ਰਲ ਮਿਲ ਕੇ ਰਹਿੰਦੇ ਹੈਗੇ ਆ, ਔਰ ਜਿੰਨਾ ਉਹ ਆਪਣੇ ਮਤਲਬ ਮਹਾਂਪੁਰਸ਼ਾਂ ਨੂੰ ਪਿਆਰ ਕਰਦੇ ਉਹਨਾਂ ਸਾਨੂੰ ਵੀ ਕਰਦੇ ਹੈਗੇ ਆ। ਜਿੱਦਾਂ 2-3 ਮਹੀਨੇ ਤੋਂ ਲੋਕਡਾਊਨ ਰਿਹਾ, ਲੋਕ ਘਰਾਂ ਵਿੱਚ ਰਹੇ ਅਤੇ ਕੋਈ ਕੰਮ ਕਰ ਨਹੀਂ ਸਕਾ, ਸਾਰੇ ਪਾਸੇ ਕਰੋਨਾ ਕਰਕੇ ਮੰਦੀ ਪਈ ਹੋਈ ਆ, ਅਤੇ ਡੇਰੇ ਵੱਲੋਂ ਜਾਂ ਤੁਹਾਡੇ ਵੱਲੋਂ ਇਹ ਸੰਗਤ ਨੂੰ ਜਾਂ ਰਾਸ਼ਨ ਦਾ ਜਾਂ ਹੋਰ ਕੀ ਸਹਿਯੋਗ ਦਿੱਤਾ ਗਿਆ? ਕੋਈ ਇੱਦਾਂ ਹੈਗਾ ਕਿ ਦੇਖੋ ਕਾਫੀ ਸਹਿਯੋਗ ਦਿੱਤਾ ਗਿਆ ਸੀ ਆਪਣੇ ਵੱਲੋਂ। ਇੱਥੇ ਜ਼ਿਆਦਾ ਤਾਂ ਨਹੀਂ ਕਰ ਸਕੇ ਕਿਉਂਕਿ ਆਪਾਂ ਇੰਨੇ ਜ਼ਿਆਦਾ ਨਹੀਂ ਅਮੀਰ ਹੈਗੇ, ਤਾਂ ਫਿਰ ਵੀ ਆਪਾਂ ਇੱਥੇ ਆਟਾ ਦਾਲ ਇਹ ਆਪਾਂ ਫ੍ਰੀ ਦਿੱਤੀ ਸੀ ਵੀ ਜਿੰਨੇ ਵੀ ਸੇਵਾਦਾਰ ਇੱਥੇ ਆਉਂਦੇ ਹੈਗੇ ਆ ਅਤੇ ਉਹਨਾਂ ਨੂੰ ਦਿੱਤਾ ਜਾਵੇ ਹੈਗਾ। ਪਹਿਲੇ ਸ਼ੁਰੂ ਦੇ ਵਿੱਚ ਅਸੀਂ ਰਹੀਮਪੁਰ ਉੱਗੀ ਦੇ ਵਿੱਚ ਘਰਾਂ 'ਚ ਵੀ ਦਿੱਤਾ ਰਾਸ਼ਨ ਹੈਗਾ ਹੈਂ। ਅਤੇ ਉਸ ਤੋਂ ਬਾਅਦ ਵੇਖੋ ਜਿੱਦਾਂ ਕੋਈ ਇੰਗਲੈਂਡ ਦੀ ਸੰਗਤ ਹੋ ਗਈ ਅਤੇ ਜਾਂ ਯੂਰਪ ਦੀ ਸੰਗਤ ਨੇ ਜਿਹੜੇ ਪੈਸੇ ਭੇਜੇ ਹੈਗਾ, ਜਿੱਦਾਂ ਕਈਆਂ ਪਿੰਡਾਂ ਦੇ ਵਿੱਚ ਰਾਸ਼ਨ ਦੇਣ ਵਾਸਤੇ ਹੈਗਾ, ਅਸੀਂ ਜਾਂਦੇ ਰਹੇ ਵਿੱਚੋਂ ਹੈਗਾ ਦੇਣ ਵਾਸਤੇ ਹੈਗਾ। ਦੂਜਾ ਸਾਡੇ ਇੱਧਰ ਇੱਕ ਇਹ ਵੀ ਰਿਹਾ ਨਾ ਕਿ ਸਾਡੇ ਇੱਥੇ ਆਲੂ ਕਾਫੀ ਬੀਜੇ ਜਾਂਦੇ ਆ, ਅਤੇ ਇੱਧਰ ਕਾਫੀ ਕੰਮਕਾਰ ਲੋਕਾਂ ਨੂੰ ਮਿਲ ਹੀ ਗਿਆ। ਵਿੱਚ ਲੋਕਡਾਊਨ ਦੇ ਵਿੱਚ ਵੀ ਲੋਕ ਕੰਮ ਕਰਦੇ ਰਹੇ ਹੈਗੇ, ਜਿੱਦਾਂ ਆਲੂਆਂ ਦਾ ਪਟਾਈ ਸੀ ਉਸ ਟਾਈਮ ਹੈਗਾ, ਅਤੇ ਉਹ ਕਰਦੇ ਰਹੇ ਹੈਗੇ, ਅਤੇ ਕਿਸੇ ਨੇ ਜ਼ਿਆਦਾ ਨਹੀਂ ਕਿਸੇ ਨੂੰ ਪਰੇਸ਼ਾਨ ਨਹੀਂ ਹੋਇਆ, ਕਿਉਂਕਿ ਖੇਤਾਂ ਦੇ ਵਿੱਚ ਜਿਹੜੇ ਕੰਮ ਲੋਕ ਕਰਦੇ ਸੀਗੇ ਉਹਨਾਂ ਨੂੰ ਜ਼ਿਆਦਾ ਨਹੀਂ ਪਰੇਸ਼ਾਨੀ ਨਹੀਂ ਆਈ ਹੈਗਾ। ਜਿੱਦਾਂ ਕਰੋਨਾ ਕਰਕੇ ਕਈ ਧਾਰਮਿਕ ਜਿਹੜੀਆਂ ਸੰਸਥਾਵਾਂ ਸੀ ਜਾਂ ਧਾਰਮਿਕ ਸਥਾਨ ਸੀ ਉਹ ਬੰਦ ਹੋ ਗਏ ਸੀਗੇ, ਅਤੇ ਕੀ ਤੁਹਾਡੇ ਵੱਲੋਂ ਵੀ ਕਰੋਨਾ ਮਹਾਂਮਾਰੀ ਦੇ ਨਾਲ ਬੰਦ ਸੀਗਾ ਜਾਂ ਖੁੱਲ੍ਹਾ ਸੀਗਾ ਸੰਗਤ ਲਈ? ਨਹੀਂ, ਰਿਹਾ ਤਾਂ ਇੱਥੇ ਵੀ ਬੰਦ ਹੀ ਹੈਗਾ, ਪਰ ਅਸੀਂ ਇੰਨਾ ਬੰਦ ਨਹੀਂ ਕੀਤਾ ਹੈਗਾ। ਅਸੀਂ ਜਿਹੜਾ ਕੋਈ ਆਉਂਦਾ ਸੀਗਾ ਉਹਦੀ ਗੱਲ ਸੁਣਦੇ ਸੀਗੇ, ਆਪ ਸੁਣਦੇ ਸੀਗੇ ਹੈਗਾ, ਕਿਤੇ ਜਾਂਦੇ ਵੀ ਸੀਗੇ ਹੈਗਾ। ਪਰ ਸਾਰੇ ਤਾਂ ਨਹੀਂ, ਜਿਹੜਾ ਕੋਈ ਦੁਖੀ ਸੁਖੀ ਆਉਂਦਾ ਸੀਗਾ ਉਹਨੂੰ ਅਸੀਂ ਮਿਲਦੇ ਸੀ, ਖੁਦ ਮਿਲਦੇ ਸੀਗੇ, ਤਾਂ ਕਿ ਕੋਈ ਪ੍ਰੋਬਲਮ ਉਹਨੂੰ ਕੀ ਜਿਹਦਾ ਏਡੀ ਵੱਡੀ ਮਹਾਂਮਾਰੀ ਦੇ ਵਿੱਚ ਆ ਕੇ ਮਿਲਣ ਆ ਰਿਹਾ, ਉਹਨੂੰ ਕੋਈ ਪ੍ਰੋਬਲਮ ਹੀ ਤਾਂ ਮਿਲਣ ਆ ਰਿਹਾ ਹੈਗਾ, ਕੋਈ ਦੁਖੀ ਹੈ ਤਾਂ ਮਿਲਣ ਆ ਰਿਹਾ ਹੈਗਾ। ਉਦੋਂ ਤੋਂ ਕਾਫੀ ਜਿੱਦਾਂ ਸਰਕਾਰ ਪੁਲਿਸ ਬੰਦਿਆਂ ਨੂੰ ਰੋਕਦੀ ਸੀਗੀ, ਪਰ ਜਿਹੜੇ ਲੋਕ ਆਉਂਦੇ ਸੀ ਮਿਲਣਾ ਸੀ ਉਹਨਾਂ ਨੂੰ ਖੁਦ ਮਿਲਦੇ ਸੀ। ਜਿੱਦਾਂ ਜਿਹੜਾ ਤੁਸੀਂ ਵਾਲਮੀਕ ਸਮਾਜ ਨਾਲ ਸੰਬੰਧਿਤ ਡੇਰਾ ਆ ਇਹ, ਅਤੇ ਜਿਹੜੇ ਵਾਲਮੀਕ ਸਮਾਜ ਦੇ ਲੋਕ ਜ਼ਿਆਦਾਤਰ ਜਿਹੜੇ ਆ ਉਹ ਜਿਹੜਾ ਸਫਾਈ ਦਾ ਕੰਮ ਕਰਦੇ ਆ, ਸ਼ਹਿਰਾਂ ਦੇ ਵਿੱਚ ਝਾੜੂ ਲਾਉਂਦੇ ਆ। ਇਹ ਚਲ ਬਾਬਾ ਸਾਹਿਬ ਡਾਕਟਰ ਅੰਬੇਦਕਰ ਜਿਹੜਾ ਸੰਦੇਸ਼ ਆ ਪੜ੍ਹੋ ਜੁੜੋ ਸੰਘਰਸ਼ ਕਰੋ, ਉਹਨਾਂ ਨੇ ਜਿਹੜਾ ਪੜ੍ਹਾਈ 'ਤੇ ਜ਼ੋਰ ਦਿੱਤਾ, ਕਿਉਂਕਿ ਪੜ੍ਹਾਈ ਦੇ ਨਾਲ ਇਨਸਾਨ ਕੋਈ ਵੀ ਅਚੀਵਮੈਂਟ ਕਰ ਸਕਦਾ, ਕਿਸੇ ਵੀ ਮੰਜ਼ਿਲ 'ਤੇ ਪਹੁੰਚ ਸਕਦਾ। ਤੁਹਾਡੇ ਡੇਰੇ ਵੱਲੋਂ ਜਾਂ ਤੁਹਾਡੇ ਵੱਲੋਂ ਇਹ ਕੀ ਜਿੱਦਾਂ ਲੋਕਾਂ ਨੂੰ ਪੜ੍ਹਾਈ ਦੇ ਲਈ ਅਵੇਅਰ ਕੀਤਾ ਜਾ ਰਿਹਾ ਵੀ ਉਹ ਜਿਹੜਾ ਝਾੜੂ ਦਾ ਜਾਂ ਸਫਾਈ ਦਾ ਕੰਮ ਸਮਾਜ ਜਿਹੜਾ ਛੱਡ ਦੇਵੇ? ਦੇਖੋ ਇੱਦਾਂ ਹੈਗਾ, ਅਸੀਂ ਕਹਿੰਦੇ ਤਾਂ ਹੈਗੇ ਆ, ਪਰ ਐਕਚੁਅਲੀ ਦੇਖੋ ਕਿੱਤਾ ਕੋਈ ਵੀ ਨਹੀਂ ਮਾੜਾ ਹੈਗਾ। ਵੇਖੋ ਆਪਾਂ ਕਹਿੰਦੇ ਤਾਂ ਚਲੋ ਕੰਮ ਕਰਦੇ ਹੋ ਵੀ, ਜਿੱਦਾਂ ਸਮਾਜ ਦੇ ਨਾਲ ਜੁੜਿਆ ਹੋਇਆ ਕਿੱਤਾ ਇਹ ਸਮਝਿਆ ਜਾ ਰਿਹਾ ਇਸ ਵੇਲੇ ਵੀ ਇਹ ਜਿਹੜਾ ਸਮਾਜ ਆ ਸਿਰਫ ਇਹੀ ਕੰਮ ਕਰਦਾ ਹੈ। ਦੇਖੋ ਇੱਦਾਂ ਹੈਗਾ ਵੀ ਕਾਫੀ ਲੋਕਾਂ 'ਚ ਹੁਣ ਸਮਝਦਾਰੀ ਹੈਗੀ ਹੈ। ਸਫਾਈ ਕਰਮਚਾਰੀਆਂ ਦੇ ਬੱਚੇ ਡਾਕਟਰ ਬਣੇ, ਇੰਜੀਨੀਅਰ ਬਣੇ, ਅਫਸਰ ਬਣੇ, ਪੜ੍ਹੇ ਲਿਖੇ, ਕੋਈ ਹੋਰ ਬਿਜ਼ਨਸ ਕਰਨ ਲੱਗ ਪਏ ਹੈਗੇ ਆ। ਪਰ ਕੁਝ ਪਰਿਵਾਰ ਇੱਦਾਂ ਦੇ ਹੈਗੇ ਆ ਜਿਹੜੇ ਜੂਆ ਖੇਡਦੇ ਆ ਜਾਂ ਉਹ ਨਸ਼ੇ ਪੱਤੇ ਕਰਦੇ ਆ, ਉਹੀ ਖਾਸ ਕਰਕੇ ਉਸ ਕਿੱਤੇ ਨਾਲ ਜੁੜੇ ਹੋਏ ਆ, ਜਿਹੜਾ ਬਹੁਤ ਜ਼ਿਆਦਾ ਥੱਲੇ ਵਾਲਾ ਤਬਕਾ ਹੈਗਾ। ਜ਼ਿਆਦਾ ਕਰਕੇ ਜਿਹੜੇ ਪੀਰਾਂ ਪੂਰਾਂ ਨਾਲ ਜੁੜੇ ਹੋਏ ਆ, ਦਰਗਾਹਾਂ ਦਰੂਹਾਂ 'ਤੇ ਜਾਂਦੇ ਆ ਜਾਂ ਨਸ਼ੇ ਕਰਦੇ ਆ, ਉਹੀ ਇਹੋ ਜਿਹਾ ਕਾਰਜ ਜ਼ਿਆਦਾ ਪ੍ਰੇਰਿਤ ਹੈ। ਔਰ ਜਿਹੜੇ ਮਹਾਂਪੁਰਸ਼ਾਂ ਨਾਲ ਜੁੜੇ ਹੈਗੇ ਆ, ਸਫਾਈ ਕਰਮਚਾਰੀਆਂ ਦੇ ਬੱਚੇ ਵੱਡੇ ਡਾਕਟਰ, ਇੰਜੀਨੀਅਰ, ਕਾਫੀ ਵੱਡੀਆਂ ਪੋਸਟਾਂ 'ਤੇ ਚਲੇ ਗਏ ਹੈਗੇ ਆ, ਅਤੇ
ਚਲੋ ਕਿੱਤਾ ਕੋਈ ਵੀ ਹੋਵੇ, ਸਾਨੂੰ ਆਪਣੇ ਬੱਚਿਆਂ ਨੂੰ ਪੜ੍ਹਾਉਣਾ ਚਾਹੀਦਾ ਹੈਗਾ। ਅਸੀਂ ਤਾਂ ਇਹ ਗੱਲ ਕਹਿੰਦੇ ਹੈਗੇ ਕਿੱਤਾ ਕੋਈ ਮਾੜਾ ਨਹੀਂ ਹੈਗਾ, ਪਰ ਸਾਨੂੰ ਜਿਹੜਾ ਕਿੱਤਾ ਕੰਮ ਕਰਦੇ ਆ ਉਹ ਅਸੀਂ ਕਰਦੇ ਹੈਗਾ, ਤੇ ਸਾਨੂੰ ਆਪਣੇ ਬੱਚਿਆਂ ਨੂੰ ਗਾਂਹ ਨਹੀਂ ਕਰਾਉਣਾ ਚਾਹੀਦਾ। ਉਹਨਾਂ ਨੂੰ ਚੰਗੀ ਪੜ੍ਹਾਈ ਲਿਖਾਈ ਦੇ ਕੇ ਚੰਗੇ ਸੂਝਵਾਨ ਇਨਸਾਨ ਬਣਾਉਣਾ ਚਾਹੀਦਾ। ਜਿੱਦਾਂ ਤੁਸੀਂ ਕਾਫੀ ਸਮੇਂ ਤੋਂ ਡੇਰਾ ਚਲਾ ਰਹੇ ਆ ਅਤੇ ਕਾਫੀ ਤੁਸੀਂ ਧਾਰਮਿਕ ਸਮਾਜਿਕ ਕੰਮ ਕਰਦੇ ਆ, ਅਤੇ ਉਹਦੇ ਵਿੱਚ ਜਿੱਦਾਂ ਤੁਸੀਂ ਕਾਫੀ ਸੰਗਤ ਦੀ ਵੀ ਤੁਹਾਨੂੰ ਕਾਫੀ ਹੈਲਪ ਰਹਿੰਦੀ ਹੈ। ਤੁਸੀਂ ਯੂਰਪ ਦੇ ਵਿੱਚ ਵੀ ਘੁੰਮੇ ਆ ਅਤੇ ਸੰਗਤ ਦਾ ਕਾਫੀ ਸਹਿਯੋਗ ਰਹਿੰਦਾ ਆ। ਇਹ ਸੰਗਤ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਇਸ ਵਕਤ? ਅਸੀਂ ਇਹੀ ਸੰਦੇਸ਼ ਦੇਣਾ ਚਾਹੁੰਦੇ ਹਾਂ ਵੀ ਦੇਖੋ, ਸਭ ਤੋਂ ਵੱਡੀ ਗੱਲ ਹੈਗੀ ਹੈ ਕਿ ਦੇਖੋ ਮਹਾਰਾਜ ਕਹਿੰਦੇ ਪੁਰਸ਼ਾਰਥ ਹੀ ਦੇਵ ਹੈ, ਨਿਸ਼ਚੈ ਹੀ ਈਸ਼ਵਰ ਹੈ, ਕਿ ਸਾਨੂੰ ਹਿੰਮਤ ਨਹੀਂ ਹਾਰਨੀ ਚਾਹੀਦੀ ਹੈਗਾ। ਕਿਸੇ ਵੀ ਕਾਰਜ ਨੂੰ ਨਾ ਕਰਨ ਲਈ ਸਾਨੂੰ ਪੂਰੀ ਜਿੱਦਾਂ ਆਪਾਂ ਕੋਸ਼ਿਸ਼ਦੇ ਹਾਂ ਕਿ ਪੂਰੀ ਤਾਕਤ ਨਾਲ ਕਰਨਾ ਚਾਹੀਦਾ, ਪੂਰੀ ਐਨਰਜੀ ਲਾ ਕੇ ਕਰਨਾ ਚਾਹੀਦਾ ਹੈਗਾ, ਤਾਂ ਕਿ ਅਸੀਂ ਉਹਦੇ 'ਚ ਅਸਫਲ ਨਾ ਹੋ ਸਕੀਏ ਹੈਗਾ। ਸਫਲ ਤਾਂ ਹੀ ਹੋਵਾਂਗੇ ਅਤੇ ਜੇਕਰ ਅਸੀਂ ਉਹਨੂੰ ਪੂਰੇ ਧਿਆਨ ਨਾਲ ਕਰਾਂਗੇ, ਪੂਰੀ ਕੌਂਸਨਟਰੇਟ ਨਾ ਕਰਾਂਗੇ, ਅਤੇ ਆਪਾਂ ਜ਼ਰੂਰ ਉਹਦੇ 'ਚ ਕਾਮਯਾਬ ਹੋਵਾਂਗੇ ਹੈਗਾ। ਕਿਉਂਕਿ ਚਾਹੇ ਉਹ ਸਮਾਜਿਕ ਕਿੱਤਾ ਹੋਵੇ, ਚਾਹੇ ਉਹ ਧਾਰਮਿਕ ਹੋਵੇ, ਚਾਹੇ ਉਹ ਰਾਜਨੀਤਿਕ ਹੋਵੇ ਹੈਗਾ, ਪਰ ਸਭ ਤੋਂ ਵੱਡੀ ਪ੍ਰੋਬਲਮ ਹੈਗੀ ਆ ਕਿ ਅੱਜ ਦੇ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਹੈਗੇ ਆ, ਉਹ ਨਸ਼ਿਆਂ ਵੱਲ ਜਾ ਰਹੇ ਹੈਗੇ ਆ, ਅਤੇ ਉਹ ਤੋਂ ਸਾਨੂੰ ਦੂਰ ਹੋਣਾ ਚਾਹੀਦਾ ਹੈ। ਸਾਨੂੰ ਬਾਬਾ ਅੰਬੇਡਕਰ ਸਾਹਿਬ ਦਾ ਜਿਹੜਾ ਮਿਸ਼ਨ ਹੈ, ਪੜ੍ਹੋ ਜੁੜੋ ਸੰਘਰਸ਼ ਕਰੋ ਹੈਗਾ। ਜੇ ਆਪਾਂ ਪੜ੍ਹਾਂਗੇ ਤਾਂ ਹੀ ਸਮਾਜ ਨਾਲ ਜੁੜਾਂਗੇ, ਅਤੇ ਜੁੜਾਂਗੇ ਤਾਂ ਹੀ ਆਪਣੇ ਹੱਕਾਂ ਲਈ ਲੜਾਂਗੇ, ਅਤੇ ਹੱਕਾਂ ਲਈ ਉਹੀ ਇਨਸਾਨ ਲੜਦੇ ਆ ਜਿਹੜੇ ਪੜ੍ਹਦੇ ਆ, ਜਿਹੜੇ ਸੰਗਠਿਤ ਹੁੰਦੇ ਹੈਗੇ ਆ, ਔਰ ਫਿਰ ਹੀ ਤੀਸਰੇ ਨੰਬਰ 'ਤੇ ਆਪਾਂ ਯੂਨਾਈਟਡ ਹੁੰਦੇ ਆ, ਸੰਘਰਸ਼ ਕਰਦੇ ਹੈਗੇ ਆ। ਅਤੇ ਇਸ ਕਰਕੇ ਸਾਨੂੰ ਸਭ ਤੋਂ ਜ਼ਿਆਦਾ ਪੜ੍ਹਨਾ ਚਾਹੀਦਾ ਹੈਗਾ, ਬਾਬਾ ਸਾਹਿਬ ਦੇ ਮਿਸ਼ਨ ਨੂੰ ਪੜ੍ਹਨਾ ਚਾਹੀਦਾ। ਉਹ ਕਿੰਨੀ ਗਰੀਬੀ 'ਚ ਰਹਿ ਕੇ ਉਹ ਵੀ ਕਿੱਡੀ ਵੱਡੀ ਬੁਲੰਦੀਆਂ ਤੋਂ ਛੋਹਿਆ ਉਹਨਾਂ ਨੇ ਹੈਗਾ, ਉਹਨਾਂ ਦੇ ਪਿਤਾ ਜੀ ਕਿੱਡੇ ਸਨ ਹੈਗਾ। ਤਾਂ ਵਿਚਾਰ ਹੈਗਾ ਕਿ ਸਾਨੂੰ ਹੀਨ ਭਾਵਨਾ ਨਹੀਂ ਕਰਨੀ ਚਾਹੀਦੀ ਹੈ। ਸਾਨੂੰ ਆਪਣੇ ਫ਼ਕਰ ਨਾਲ ਕਹਿਣਾ ਚਾਹੀਦਾ ਕਿ ਅਸੀਂ ਜਿਸ ਸਮਾਜ ਜਨਮ ਲਿਆ ਹੈਗਾ ਉਹ ਤਾਂ ਹੈ ਹੀ, ਉਹ ਤਾਂ ਬਦਲ ਨਹੀਂ ਸਕਦੇ ਹੈਗਾ, ਤਾਂ ਪਰ ਆਪਣਾ ਜਿਹੜਾ ਕਰਮ ਹੈ ਉਹ ਚੰਗਾ ਕਰਨਾ ਚਾਹੀਦਾ ਹੈ, ਚੰਗੀ ਸੋਚ ਰੱਖਣੀ ਚਾਹੀਦੀ ਹੈ, ਚੰਗੇ ਪੁਰਸ਼ਾਂ ਦੀ ਸੰਗਤ ਕਰਨੀ ਚਾਹੀਦੀ ਹੈ। ਇਹੀ ਸਾਡਾ ਸੰਦੇਸ਼ ਹੈਗਾ। ਬਾਬਾ ਜੀ, ਤੁਸੀਂ ਚੇਤਨਾ ਚੈਨਲ ਨਾਲ ਗੱਲਬਾਤ ਕੀਤੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਇੱਥੇ ਆਉਣ 'ਤੇ। ਥੈਂਕ ਯੂ, ਧੰਨਵਾਦ ਜੀ। ਇਹ ਸਨ ਮੇਰੇ ਨਾਲ ਸੰਤ ਬਾਬਾ ਪ੍ਰਗਟ ਨਾਲ ਜੀ, ਜਿਨ੍ਹਾਂ ਨੇ ਦੱਸਿਆ ਕਿ ਸਾਡੇ ਡੇਰੇ ਵੱਲੋਂ ਕਰੋਨਾ ਮਹਾਂਮਾਰੀ ਦੌਰਾਨ ਵੀ ਜਿਹੜੀ ਸੰਗਤ ਦੀ ਕਾਫੀ ਹੈਲਪ ਕੀਤੀ ਗਈ, ਉਹਨਾਂ ਨੂੰ ਰਾਸ਼ਨ ਪ੍ਰੋਵਾਈਡ ਕਰਾਇਆ ਗਿਆ ਹੈ। ਇਸ ਦੇ ਨਾਲ ਉਹਨਾਂ ਨੇ ਬਾਲਮਿਕ ਸਮਾਜ ਨੂੰ ਵੀ ਸੰਦੇਸ਼ ਦਿੱਤਾ ਆ। ਇਹ ਜਿਹੜੇ ਸਫਾਈ ਦੇ ਕਿੱਤੇ ਦੇ ਨਾਲ ਜੁੜੇ ਹੋਏ ਆ, ਉਹਨਾਂ ਨੂੰ ਇਹ ਸੰਦੇਸ਼ ਦਿੱਤਾ ਵੱਧ ਤੋਂ ਵੱਧ ਪੜ੍ਹ ਲਿਖ ਕੇ ਬਾਬਾ ਸਾਹਿਬ ਦੀ ਸੋਚ ਦੇ ਅਨੁਸਾਰ ਇਹ ਆਪਣੀਆਂ ਜਿਹੜੀਆਂ ਸਰਕਾਰੀ ਨੌਕਰੀਆਂ ਜਾਂ ਹੋਰ ਵੱਡੀਆਂ ਜਿਹੜੀਆਂ ਉਪਲਬਧੀਆਂ ਪ੍ਰਾਪਤ ਕਰੋ। ਚੇਤਨਾ ਚੈਨਲ ਲਈ ਪਿੰਡ ਰਹੀਮਪੁਰ ਤੋਂ ਕੈਮਰਾ ਪਰਸਨ ਅਨੀਤਾ ਸਿੰਘ ਦੇ ਨਾਲ ਪ੍ਰਦੀਪ ਰਾਜ।